ਗੁਰਬਾਣੀ ਸੰਵਾਦ ਵਿੱਚ ਭਾਈ ਜਸਬੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟੱਡੀ ਸੈਂਟਰ ਦੇ YouTube ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਦੋਨਾਂ ਚੈਨਲਾਂ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਸਾਡੇ ਸਿੱਖ ਜਗਤ ਵਿੱਚ ਰਿਚੁਅਲਸ ਤੇ ਹੋਰ ਭੁਲੇਖੇ ਪਏ ਆ ਉਹਨਾਂ ਨੂੰ ਕਲੀਅਰ ਕਰੀਏ। ਜੋ ਇਹ ਸਾਰੀਆਂ ਕੁਐਸਚਨ ਸਾਨੂੰ ਜਿਹੜੇ ਆ ਸਮਾਜ ਵਿੱਚੋਂ ਆ ਰਹੇ ਹੁੰਦੇ ਆ ਔਰ ਅਸੀਂ ਉਹਨਾਂ ਦੇ ਵਿੱਚੋਂ ਹੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਜਵਾਬ ਦਈਏ ਗੁਰਬਾਣੀ ਅਨੁਸਾਰ। ਇਹਦੇ ਵਿੱਚ ਸਾਥ ਦਿੰਦੇ ਆ ਮੇਰੇ ਨਾਲ ਭਾਈ ਜਸਬੀਰ ਸਿੰਘ ਜੀ। ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਪਲੇਲਿਸਟ ਜਿਹੜੀ ਇਸ ਵੇਲੇ ਕਰ ਰਹੇ ਹਾਂ ਉਹ ਅੰਤਿਮ ਸੰਸਕਾਰ ਤੇ ਕਰ ਰਹੇ ਹਾਂ। ਅਸੀਂ ਕਾਫੀ ਸਾਰੇ ਪ੍ਰੋਗਰਾਮ ਵਾਸਤੇ ਕੀਤੇ ਆ ਪਰ ਉਹਦੇ ਨਾਲ ਨਾਲ ਹੋਰ ਵੀ ਕੁਐਸਚਨ ਸਾਡੇ ਕੋਲ ਆ ਰਹੇ ਆ। ਸੋ ਕੁਝ ਕੁਐਸਚਨ ਜਿਹੜੇ ਐਤਕੀ ਆਏ ਅਸੀਂ ਉਹਨਾਂ ਬਾਰੇ ਗੱਲ ਕਰਾਂਗੇ। ਭਾਈ ਸਾਹਿਬ ਪਹਿਲਾ ਕੁਐਸਚਨ ਆਇਆ ਸਾਡੇ ਕੋਲ ਕਿ ਅਸੀਂ ਅਸਥੀਆਂ ਜਿਹੜੀਆਂ ਉਹ ਦੁਸਹਿਰੇ ਤੋਂ ਪਹਿਲਾਂ ਪ੍ਰਵਾਹ ਕਰਨੀਆਂ ਚਾਹੀਦੀਆਂ। ਅਸੀਂ ਪਿਛਲੀ ਵਾਰੀ ਅਸਥੀਆਂ ਦੀ ਪ੍ਰਵਾਹ ਦੀ ਗੱਲ ਕੀਤੀ ਸੀ ਜੀ। ਸੋ ਕਈਆਂ ਦਾ ਇਹ ਕਹਿਣਾ ਕਿ ਅਸਥੀਆਂ ਜਿਹੜੀਆਂ ਦੁਸਹਿਰੇ ਤੋਂ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਤੇ ਜੇ ਨਾ ਹੋਣ ਤਾਂ ਇਹਦੀ ਕੋਈ ਗੁਰਬਾਣੀ ਅਨੁਸਾਰ ਕੋਈ ਇਹਦੇ ਪ੍ਰੋਬਲਮ ਤਾਂ ਨਹੀਂ, ਜਾਂ ਜਿੱਦਾਂ ਬਾਹਰ ਬੈਠੇ ਹਾਂ ਅਸੀਂ ਜਾਂ ਹੋਰ ਥਾਵਾਂ ਤੇ ਆ ਕਈਆਂ ਦੇ ਵਹਿਮ ਭਰਮ ਚ ਅਸੀਂ ਪਹਿਲੇ ਵੀ ਗੱਲ ਕੀਤੀ ਕੀਰਤਪੁਰ ਜਾ ਕੇ ਕਰਨਾ ਜਾਂ ਕੁਝ ਕਰਨਾ ਤਾਂ ਹੋ ਸਕਦਾ ਉਹ ਦੁਸਹਿਰੇ ਤੋਂ ਬਾਅਦ ਹੀ ਹੋਣ। ਸੋ ਇਹਨਾਂ ਬਾਰੇ ਤੁਸੀਂ ਵਿਚਾਰ ਦਿਓ ਜੀ ਪਹਿਲਾਂ। ਹਾਂ ਜੀ, ਦੇਖੋ ਜਿਸ ਤਰ੍ਹਾਂ ਗੁਰਬਾਣੀ ਦੀ ਗੱਲ ਆ, ਆਪਾਂ ਇਹ ਕਈ ਵਾਰ ਇਸ ਪਲੇਟਫਾਰਮ ਤੋਂ ਗੱਲ ਜਿਹੜੀ ਆ ਇਹ ਸਪਸ਼ਟ ਕਰ ਚੁੱਕੇ ਹਾਂ। ਗੁਰਬਾਣੀ ਦੀ ਜੀਵਨ ਯੁੱਗ ਦਾ ਇਹਨਾਂ ਗੱਲਾਂ ਨਾਲ ਕੋਈ ਸਰੋਕਾਰ ਨਹੀਂ। ਹਾਂ, ਜਿਸ ਤਰ੍ਹਾਂ ਰਹੀ ਗੱਲ ਸਾਡੇ ਵਿੱਚ ਜੋ ਪ੍ਰਚਲਿਤ ਆ, ਸਾਡੀਆਂ ਜੋ ਆਮ ਸਮਾਜ ਦੀਆਂ ਮਨੌਤਾਂ ਸਾਡੀ ਪ੍ਰਚਲਿਤ ਹੋਈਆਂ ਹੋਈਆਂ ਜਾਂ ਸੀਨੇ ਵਸੀਨੇ ਤੁਰੀਆਂ ਆ ਰਹੀਆਂ ਜਾਂ ਕਿਸੇ ਵਿਸ਼ੇਸ਼ ਇਲਾਕੇ ਜਾਂ ਬਰਾਦਰੀ ਵਿੱਚ ਪ੍ਰਚਲਿਤ ਆ, ਇਹ ਠੀਕ ਆ ਕਿ ਭਾਵੇਂ ਅਸੀਂ ਗੁਰਬਾਣੀ ਵਿੱਚ ਵਿਸ਼ਵਾਸ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ, ਪਰ ਇਸ ਦੇ ਬਾਵਜੂਦ ਸਾਡਾ ਅਮਲੀ ਰੂਪ ਵਿੱਚ ਜਿਹੜੀਆਂ ਇਹ ਰਸਮਾਂ ਹੈਗੀਆਂ ਸਾਡੀਆਂ, ਭਾਵੇਂ ਉਹ ਵਿਆਹ ਦੀ ਰਸਮ ਆ, ਚਾਹੇ ਅੰਤਿਮ ਸੰਸਕਾਰ ਦੀ ਰਸਮ ਆ, ਜਨਮ ਦੀ ਜਿਹੜੀ ਰਸਮ ਆ ਜਿਹੜੀ ਕਰਦੇ ਹਾਂ ਅਸੀਂ, ਇਹਨਾਂ ਵਿੱਚ ਬਹੁਤ ਜ਼ਿਆਦਾ ਉਹ ਕੁਝ ਸ਼ਾਮਲ ਆ, ਉਹਦੀ ਸ਼ਮੂਲਤ ਆ ਜੋ ਸਾਡੇ ਬਰਾਦਰੀ ਭਾਈਚਾਰੇ ਇਲਾਕੇ ਨਾਲ ਸੰਬੰਧਿਤ ਆ। ਇਸ ਲਈ ਆਪਾਂ ਜਦੋਂ ਸੰਸਕਾਰਾਂ ਦੀ ਗੱਲ ਕੀਤੀ ਸੀਗੀ ਉਹਨਾਂ ਨੂੰ ਅਸੀਂ ਤਿੰਨਾਂ ਹਿੱਸਿਆਂ 'ਚ ਵੰਡ ਕੇ ਦੇਖਿਆ ਸੀਗਾ ਕਿ ਤਿੰਨ ਤਰ੍ਹਾਂ ਦੇ ਹਰ ਧਰਮ ਵਿੱਚ ਇਹ ਪ੍ਰਚਲਿਤ ਆ, ਸਾਡੇ ਵਿੱਚ ਵੀ ਪ੍ਰਚਲਿਤ ਆ। ਇਹ ਜਿਹੜੀ ਸਮੱਸਿਆ ਕੇਵਲ ਸਾਡੇ ਵਿੱਚ ਨਹੀਂ ਬਲਕਿ ਹਰ ਕਲਚਰ ਹਰ ਧਰਮ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗੀ। ਜਿੱਥੋਂ ਤੱਕ ਅਸਥੀਆਂ ਦੇ ਦੁਸਹਿਰੇ ਤੋਂ ਪਹਿਲਾਂ ਪ੍ਰਵਾਹ ਕਰਨ ਦੀ ਗੱਲ ਆ, ਇਹ ਠੀਕ ਆ ਕਿ ਕੁਝ ਲੋਕ ਜਿਹੜੇ ਆ ਉਹ ਅੱਜ ਵੀ, ਭਾਵੇਂ ਬਹੁਤੇ ਲੋਕ ਹੁਣ ਇਹਨਾਂ ਗੱਲਾਂ 'ਚ ਵਿਸ਼ਵਾਸ ਨਹੀਂ ਕਰਦੇ, ਪਰ ਸਟਿਲ ਕਈ ਪਰਿਵਾਰ ਐਸਾ ਵਿਸ਼ਵਾਸ ਕਰਦੇ ਆ। ਔਰ ਹੈਰਾਨਗੀ ਦੀ ਗੱਲ ਇਹ ਆ ਕਿ ਕਰਦੇ ਵੀ ਉਹ ਲੋਕ ਆ ਜਿਹੜੇ ਕਿ ਜ਼ਿਆਦਾਤਰ ਗੁਰਬਾਣੀ ਪੜ੍ਹਨ ਵਾਲੇ ਆ। ਆਮ ਲੋਕ ਸਮਝਦੇ ਆ ਕਿ ਇਹ ਗੁਰਬਾਣੀ ਦੇ ਬੜੇ ਪ੍ਰੇਮੀ ਆ, ਇਹ ਬਾਣੀ ਨਾਲ ਜੁੜੇ ਹੋਏ ਆ, ਪਰ ਇਹੋ ਜਿਹੇ ਜਿਹੜੇ ਵਹਿਮ ਭਰਮ ਆ ਇਹ ਜ਼ਿਆਦਾ ਸਾਰਿਆਂ 'ਚ ਨਹੀਂ, ਕਿਉਂਕਿ ਜਿਹੜੇ ਲੋਕ ਧਿਆਨ ਨਾਲ ਵਿਚਾਰ ਨਾਲ ਪੜ੍ਹਦੇ ਆ ਉਹ ਤੋਂ ਇਹਨਾਂ ਤੋਂ ਬਹੁਤ ਉੱਪਰ ਉੱਠੇ ਹੋਏ ਆ। ਪਰ ਜਿਹੜੇ ਆਮ ਜਨ ਸਧਾਰਨ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਉਹ ਜ਼ਿਆਦਾਤਰ ਇਹੋ ਜਿਹੇ ਵਹਿਮਾਂ ਭਰਮਾਂ ਵਿੱਚ ਸਟਿਲ ਬਿਲੀਵ ਕਰਦੇ ਆ, ਵਿਸ਼ਵਾਸ ਕਰਦੇ ਆ। ਸਾਡੇ ਵਿੱਚ ਇਸ ਤਰ੍ਹਾਂ ਦੀ ਕੋਈ ਧਾਰਨਾ ਨਹੀਂ। ਸਵਾਲ ਤੇ ਇਹ ਆ ਕਿ ਅਸੀਂ ਅਸਥੀਆਂ ਜਿਹੜੀਆਂ, ਕਿਉਂਕਿ ਅਸਥੀਆਂ ਜਿਹੜੀ ਹੱਡੀਆਂ ਅਸੀਂ ਉਹਨੂੰ ਕਹਿੰਦੇ ਹਾਂ, ਰਹਿੰਦ ਖੂੰਹਦ ਜਿਹੜੀ ਹੁੰਦੀ ਆ ਉਹਨਾਂ ਨੂੰ, ਕਿਉਂਕਿ ਅਸੀਂ ਉਸ ਥਾਂ ਤੇ ਰਹਿਣ ਨਹੀਂ ਦੇ ਸਕਦੇ। ਸਫਾਈ ਦਾ ਪੱਖ ਵੀ ਹੈ, ਦੂਜਾ ਸਤਿਕਾਰ ਦਾ ਪੱਖ ਵੀ ਆ। ਸਾਡੀ ਜਿਹੜੀ ਆ ਇੱਕ ਬਿਲੀਵ ਸਿਸਟਮ ਬਣਿਆ ਹੋਇਆ, ਇਸ ਕਰਕੇ ਸਾਡੀਆਂ ਭਾਵਨਾ ਜਿਹੜੀਆਂ ਉਹ ਜੁੜੀਆਂ ਹੋਈਆਂ, ਤਾਂ ਅਸੀਂ ਉਹਨਾਂ ਨੂੰ ਜਿਹੜਾ ਉਹ ਜਲ ਪ੍ਰਵਾਹ ਆਮ ਤੌਰ 'ਤੇ ਸਾਡੇ ਵਿੱਚ ਕਰਦੇ ਆ। ਉਹ ਇਸੇ ਲਈ ਸੀ ਤਾਂ ਕਿ ਉਹ ਇੱਕ ਥਾਂ 'ਤੇ ਨਾ ਰਹਿਣ, ਉਹ ਪਾਣੀ ਦੇ ਪ੍ਰਵਾਹ ਨਾਲ ਜਿਹੜੀਆਂ ਉਹ ਖਿਲਰ ਪੁਲਰ ਜਾਣ, ਜਾਂ ਸੀਗਾ ਵੀ ਉਹਨਾਂ ਨੂੰ ਦਫਨਾ ਦਿੱਤਾ ਜਾਵੇ। ਹਾਂ, ਇੱਥੇ ਇੱਕ ਹੋਰ ਮੈਂ ਗੱਲ ਕਰਦਾ ਜਿਹੜਾ ਪਿਛਲਾ ਐਪੀਸੋਡ ਸੀ ਜਦੋਂ ਆਪਾਂ ਗੱਲ ਕੀਤੀ ਸੀਗੀ, ਕਿਉਂਕਿ ਕੁਝ ਜਿਹੜੇ ਸਵਾਲ ਸਾਨੂੰ ਆਉਂਦੇ ਆ ਉਹ ਜਿਹੜੇ ਇਹਨਾਂ ਮੁਲਕਾਂ ਵਿੱਚ ਰਹਿਣ ਵਾਲੇ ਆ। ਬਹੁਤ ਥੋੜ੍ਹੇ ਸਵਾਲ ਆ ਜਿਹੜੇ ਕਿ ਸਾਨੂੰ ਜਿਹੜੇ ਭਾਰਤ ਵਿੱਚ ਲੋਕ ਰਹਿੰਦੇ ਆ ਉਹ ਕਰਦੇ ਆ। ਜ਼ਿਆਦਾਤਰ ਕਿਉਂਕਿ ਇਹਨਾਂ ਮੁਲਕਾਂ ਵਿੱਚ ਰਹਿਣ ਵਾਲੇ ਕਰਦੇ ਆ, ਤਾਂ ਕਈ ਵਾਰ ਸਾਡਾ ਜਿਹੜਾ ਉੱਤਰ ਹੁੰਦਾ ਉਹ ਅਸੀਂ ਜੋ ਇੱਥੋਂ ਦੀਆਂ ਪ੍ਰਸਥਿਤੀਆਂ
ਹਾਂਜੀ ਉਹਨੂੰ ਧਿਆਨ ਵੀ ਰੱਖ ਕੇ ਅਸੀਂ ਉਹ ਜਿਹੜਾ ਸਵਾਲ ਦਾ ਉੱਤਰ ਦੇਣ ਦੀ ਕੋਸ਼ਿਸ਼ ਕਰਦੇ ਹੁੰਦੇ ਆ। ਠੀਕ ਉਹ ਕਿਵੇਂ ਨਾ ਉਹ ਭਾਰਤ ਵਿੱਚ ਰਹਿਣ ਵਾਲਿਆਂ ਨੂੰ ਲਾਗੂ ਨਹੀਂ ਹੁੰਦਾ। ਲਾਗੂ ਨਹੀਂ ਹੁੰਦਾ। ਜਿਵੇਂ ਅਸੀਂ ਗੱਲ ਕੀਤੀ ਸੀ ਕਿ ਕਈ ਜਿਹੜੇ ਆ ਦੂਜੀਆਂ ਕਮਿਊਨਿਟੀਆਂ ਵਿੱਚ ਵੀ ਉਹ ਅਸਤੀਆਂ ਜਿਵੇਂ ਕਿ ਇੱਥੇ ਜਿਹੜਾ ਬਲੰਡਰ ਕਰ ਦਿੰਦੇ ਜਦੋਂ ਬਾਅਦ ਵਿੱਚ ਸੰਸਕਾਰ ਹੁੰਦਾ ਭੱਠੀ ਵਿੱਚ, ਤਾਂ ਜਿਹੜੀਆਂ ਹੱਡੀਆਂ ਬਚਦੀਆਂ ਵੀ ਆ ਉਹ ਬਲੰਡਰ ਕਰ ਦਿੰਦੇ ਆ, ਉਹ ਸੁਆਹ ਹੁੰਦੀ ਆ, ਉਹ ਹੱਡੀਆਂ ਵਗੈਰਾ ਜਿਹੜੀਆਂ ਉਸ ਤਰ੍ਹਾਂ ਨਹੀਂ ਰਹਿੰਦੀਆਂ। ਠੀਕ ਹੈ ਉਹਨਾਂ ਨੂੰ ਕਈ ਜਿਹੜੇ ਉਹ ਆਪਣੇ ਜਿਹੜਾ ਗਾਰਡਨ ਵਗੈਰਾ ਉਹਨਾਂ 'ਚ ਖਿਲਾਰ ਦਿੰਦੇ ਆ ਕਈ। ਠੀਕ ਹੈ ਤੇ ਸਾਡੇ ਵਿੱਚ ਵੀ ਜੇ ਕੋਈ ਐਸਾ ਕਰ ਦਿੰਦਾ ਤੇ ਉਹਦੇ 'ਚ ਕੋਈ ਹਰਜ ਕੋਈ ਨਹੀਂ। ਗੱਲ ਠੀਕ ਹੈ ਜੋ ਕੋਈ ਪ੍ਰਵਾਹ ਕਰ ਦਿੰਦਾ ਪ੍ਰਵਾਹ ਕਰ ਦੇਵੇ ਤਾਂ ਸਵਾਲ ਤਾਂ ਜਿਹੜਾ ਉਹਨੂੰ ਸੰਭਾਲਣ ਦੀ ਗੱਲ ਆ। ਕਈ ਜਿਹੜੇ ਜੇ ਜਗ੍ਹਾ ਕੋਈ ਪਿਆਰੀ ਹੁੰਦੀ ਆ ਜਾਂ ਜਿਸ ਜਿਹੜੇ ਦੂਜੀਆਂ ਕਮਿਊਨਿਟੀਆਂ ਵਿੱਚ ਜੇ ਕੋਈ ਮੰਨ ਲਓ ਕੋਈ ਪਲੇਅਰ ਆ ਹਾਕੀ ਖੇਡਣ ਵਾਲਾ ਜਾਂ ਹੋਰ ਕਿਸੇ ਖੇਡ ਵਿੱਚ, ਤਾਂ ਉਹ ਉਸ ਗਰਾਊਂਡ ਵੀ ਖਿਲਾਰਨ ਵਿੱਚ ਵਿਸ਼ਵਾਸ ਕਰਦੇ ਆ। ਠੀਕ ਉਹ ਇਸ ਲਈ ਸਾਡੇ ਵਿੱਚ ਇਸ ਤਰ੍ਹਾਂ ਦਾ ਵਹਿਮ ਤਾਂ ਕੋਈ ਹੈ ਹੀ ਨਹੀਂ। ਖੈਰ ਰਾਈਟ ਤਾਂ ਜਿਹੜੀ ਸਵਾਲ ਜਿਹੜਾ ਹੈਗਾ ਕਿ ਅਸਤੀਆਂ ਦੁਸਹਿਰੇ ਤੋਂ ਪਹਿਲਾਂ ਸਾਡੇ ਵਿੱਚ ਐਸਾ ਕੋਈ ਵਿਸ਼ਵਾਸ ਨਹੀਂ। ਹਾਂ, ਇਹ ਗੱਲ ਹੋਰ ਧਿਆਨ ਵੀ ਰੱਖਣ ਦੀ ਲੋੜ ਆ ਕਿ ਕੁਝ ਜਿਹੜੇ ਨਿਯਮ ਆ ਉਹ ਜਿਹੜੇ ਬਣਾਏ ਆ ਉਹ ਆਮ ਮਨੁੱਖ ਦੀ ਜਿਹੜੀ ਫਿਤਰਤ ਆ, ਜੋ ਸੁਭਾਅ ਇਹਦਾ, ਉਹਨੂੰ ਦੇ ਕੇ ਬਣਾਇਆ, ਕਿਉਂਕਿ ਮਨੁੱਖ ਬਿਨਾਂ ਕੁੰਡੇ ਦੇ ਇਹ ਤੁਰ ਕੇ ਕੁਝ ਕਰਕੇ ਰਾਜ਼ੀ ਨਹੀਂ। ਇਹਨੂੰ ਕੁੰਡੇ ਹੇਠਾਂ ਰੱਖਣ ਲਈ, ਨਿਯਮਬੱਧ ਕਰਨ ਲਈ, ਤਾਂ ਕਿ ਇਹ ਕਰੇ ਸਮੇਂ ਸਿਰ ਕਰੇ। ਤੋਂ ਕਈ ਵਾਰ ਇਹੋ ਜਿਹੀਆਂ ਗੱਲਾਂ ਪ੍ਰਚਲਿਤ ਸਾਡੇ ਬਜ਼ੁਰਗਾਂ ਨੇ ਕੀਤੀਆਂ। ਠੀਕ ਅਸੀਂ ਇਹ ਦੇਖਦੇ ਹਾਂ ਕਿ ਸਾਡੇ ਵਿੱਚ ਵਹਿਮ ਕੋਈ ਨਹੀਂ, ਪਰ ਦੂਜੇ ਪਾਸੇ ਅਸੀਂ ਦੇਖਦੇ ਹਾਂ ਇਹ ਜਿਹੜੇ ਫਿਊਨਰਲ ਹੋਮ ਆ ਇਹਨਾਂ ਵਿੱਚ ਕਿ ਕਈ ਵਾਰ ਕਈ ਜਿਹੜੇ ਸੱਜਣ ਆ ਉਹ ਲੈਣ ਜਾਂਦੇ ਹੀ ਨਹੀਂ। ਉਹਨਾਂ ਨੇ 6 ਮਹੀਨੇ ਕਈ ਸਾਲ ਰੱਖਦੇ ਆ, ਪਰ ਕਈ ਵਾਰ ਉਹਨਾਂ ਨੂੰ ਪੁੱਛੋ ਕਹਿੰਦੇ ਸਾਲ ਮਗਰੋਂ ਵੀ ਲੈਣ ਨਹੀਂ ਆਉਂਦੇ। ਠੀਕ ਹੈ ਤੋਂ ਜਿਹੜੀ ਇਹ ਖੁੱਲ੍ਹ ਹੈਗੀ, ਕਈ ਵਾਰ ਅਸੀਂ ਖੁੱਲ੍ਹ ਤੋਂ ਵੀ ਨਜਾਇਜ਼ ਲਾਭ ਉਠਾ ਲੈਂਦੇ ਆ ਕਿ ਅਸੀਂ ਘਰਾਂ 'ਚ ਜਿਵੇਂ ਕਿ ਵਹਿਮ ਕਰਦੇ ਹਾਂ, ਘਰਾਂ 'ਚ ਲਿਆਉਂਦੇ ਨਹੀਂ। ਉਹਨਾਂ ਲਈ ਕਈ ਵਾਰ ਸਮੱਸਿਆ ਬਣ ਜਾਂਦੀ ਆ, ਕਿਉਂਕਿ ਲੋਕਾਂ ਦੀਆਂ ਭਾਵਨਾ ਜੁੜੀਆਂ ਹੋਈਆਂ, ਉਹ ਸੁੱਟ ਵੀ ਨਹੀਂ ਸਕਦੇ ਬਿਨਾਂ ਪਰਿਵਾਰ ਦੀ ਰਜ਼ਾਮੰਦੀ ਤੋਂ। ਇਸ ਲਈ ਜਿਹੜਾ ਸਾਡੇ ਭਾਵੇਂ ਵਹਿਮ ਕੋਈ ਨਹੀਂ, ਪਰ ਇਹ ਵੀ ਜਿੰਨਾ ਵੀ ਜਦੋਂ ਵੀ ਸੰਭਵ ਹੋਵੇ, ਸਹੂਲਤ ਹੋਵੇ, ਉਹ ਭਾਵੇਂ ਦੁਸਹਿਰੇ ਤੋਂ ਪਹਿਲਾਂ ਹੋਵੇ ਜਾਂ ਬਾਅਦ 'ਚ ਹੋਵੇ, ਉਹ ਜਾ ਕੇ ਉਹਨਾਂ ਫੁੱਲਾਂ ਨੂੰ ਪ੍ਰਵਾਹ ਕਰ ਦਿੱਤਾ ਜਾਏ, ਉਹਨਾਂ ਨੂੰ ਸੰਭਾਲਿਆ ਜਾਏ, ਚਾਹੇ ਉਹ ਦਫਨਾ ਲਿਆ ਜਾਏ, ਚਾਹੇ ਉਹਨਾਂ ਜਲ ਪ੍ਰਵਾਹ ਕਰ ਦਿੱਤਾ ਜਾਏ, ਜੋ ਵੀ ਹੈ ਉਹ ਕਿਰਿਆ ਕਰ ਦਿੱਤੀ ਜਾਵੇ, ਪਰ ਇਹਨੂੰ ਕਿਸੇ ਧਾਰਮਿਕ ਵਿਸ਼ਵਾਸ ਨਾਲ ਜੋੜ ਕੇ ਨਾ ਦੇਖਿਆ ਜਾਏ। ਇਹ ਜਿਹੜਾ ਪਰਿਵਾਰ ਦੀ ਜਿਸ ਤਰ੍ਹਾਂ ਦੀ ਸੁਵਿਧਾ ਹੈਗੀ ਉਹਨਾਂ ਨੂੰ, ਇਹ ਉਹ ਸੁਵਿਧਾ ਅਨੁਸਾਰ ਉਹਦੀ ਸੰਭਾਲ ਕਰ ਸਕਦੇ ਆ। ਠੀਕ ਹੈ ਜੀ। ਅਗਲਾ ਸਵਾਲ ਇਸੇ ਨਾਲ ਰਿਲੇਟਡ ਹੈ ਕਿ ਜਦੋਂ ਅਸੀਂ ਅਸਤੀਆਂ ਜਲ ਪ੍ਰਵਾਹ ਕਰਨ ਜਾਂਦੇ ਹਾਂ, ਕਈਆਂ ਦਾ ਵਹਿਮ ਹੈ ਕਿ ਸਾਡੇ ਨਾਲ ਕਿਸੇ ਗ੍ਰੰਥੀ ਦਾ ਜਾਂ ਪ੍ਰੀਸਟਲੀ ਕਲਾਸ ਦਾ ਹੋਣਾ ਜ਼ਰੂਰੀ ਹੈ। ਸੋ ਇਹ ਕੋਈ ਅਸੈਂਸ਼ੀਅਲ ਹੈ ਕਿ ਗੁਰਬਾਣੀ ਵਿੱਚ ਜਾਂ ਮਤਲਬ ਸਾਡੇ ਰੀਤੀ ਵਿੱਚ ਕਿ ਸਾਡੇ ਨਾਲ ਉਹ ਜ਼ਰੂਰ ਜਾਵੇ ਜਾਂ ਨਾ ਜਾਵੇ? ਨਹੀਂ, ਦੇਖੋ ਗੁਰਬਾਣੀ ਦਾ ਤਾਂ ਆਪਾਂ ਕਰ ਰਹੇ ਹਾਂ, ਗੁਰਬਾਣੀ ਤੇ ਗੱਲਾਂ ਤੇ ਹੈ ਹੀ ਨਹੀਂ। ਠੀਕ ਗੁਰਬਾਣੀ ਇਹਨਾਂ ਗੱਲਾਂ ਜ਼ੋਰ ਦਿੱਤਾ ਹੀ ਨਹੀਂ। ਹਾਂ, ਜਦੋਂ ਤੱਕ ਆਪਾਂ ਕਹਿ ਸਕਦੇ ਹਾਂ ਸਾਡੀ ਜੋ ਮਰਿਆਦਾ ਜੋ ਪੰਥ ਨੇ ਬਣਾਈ ਆ, ਸਾਡੇ ਬਜ਼ੁਰਗਾਂ ਨੇ ਬਣਾਈ ਆ, ਇਹ ਉਹਦੇ ਵਿੱਚ ਵੀ ਨਹੀਂ। ਠੀਕ ਇਹ ਕਈ ਵਾਰ ਲੋਕੀ ਜਿਹੜੇ ਆ, ਕਿਉਂਕਿ ਅਸੀਂ ਗੁਰੂ ਸਾਹਿਬਾਨ ਨੇ ਤੁਹਾਨੂੰ ਜਿਹੜੀ ਪ੍ਰੀਸਟਲੀ ਕਲਾਸ ਜਿਹੜੀ ਆ ਕਿਸੇ ਵੀ ਫਾਰਮ ਵਿੱਚ ਆ ਭਾਵੇਂ ਉਹਦੇ ਚੋਂ ਤਾਂ ਮਨੁੱਖ ਨੂੰ ਸੁਤੰਤਰ ਕੀਤਾ, ਬਾਹਰ ਕੱਢਿਆ। ਕਿਉਂਕਿ ਅੱਗੇ ਕੀ ਸੀਗਾ ਕਿ ਹਰ ਗੱਲ ਵਿੱਚ ਮਨੁੱਖ ਇਹਦੇ ਤੇ ਨਿਰਭਰ ਕਰਦਾ ਸੀਗਾ। ਜੋ ਵੀ ਨੇ ਕਦਮ ਪੁੱਟਣਾ ਹੁੰਦਾ, ਇਹ ਨਿਰਭਰ ਸੀ ਉਹਨੂੰ ਪੁੱਛ ਕੇ ਉਹ ਦੱਸਦਾ, ਅਗਵਾਈ ਕਰਦਾ। ਸਾਡੇ ਵਿੱਚ ਭਾਵੇਂ ਅੱਜ ਉਹ ਰੂਪ ਨਹੀਂ, ਪਰ ਅਸੀਂ ਸਹਿਜੇ ਸਹਿਜੇ ਕੀ ਆ ਕਿ ਅਸੀਂ ਫਿਰ ਉਸੇ ਰਸਤੇ ਉੱਤੇ ਤੁਰਨ ਲੱਗ ਪਏ ਹਾਂ। ਅਰਦਾਸ ਜਿਹੜੀ ਆ ਇਹ ਕੋਈ ਵੀ ਵਿਅਕਤੀ ਜਿਹੜਾ ਉਹ ਕਰ ਸਕਦਾ। ਜ਼ਰੂਰੀ ਨਹੀਂ ਕਿ ਗ੍ਰੰਥੀ ਸਿੰਘ, ਇਹ ਨਹੀਂ ਗ੍ਰੰਥੀ ਸਿੰਘ ਜਾਂ ਕੋਈ ਮਨਮਤ ਆਪਾਂ ਵੀ ਨਹੀਂ ਕਹਿ ਸਕਦੇ, ਪਰ ਇਹ ਆ ਵੀ ਕਿ ਅਸੀਂ ਕਿ ਵਾਧੂ ਇੱਕ ਜਿਹੜਾ ਹੋਰ ਨਿਰਭਰ ਹੋਣ ਲੱਗ ਪਏ ਹਾਂ ਅਸੀਂ ਇਸ ਕਲਾਸ ਦੇ। ਰਾਈਟ। ਅਰਦਾਸ ਦਾ ਸੰਬੰਧ ਜਿਹੜਾ ਕਈ ਕਹਿੰਦੇ ਸਾਨੂੰ ਅਰਦਾਸ ਆਉਂਦੀ ਨਹੀਂ। ਦੇਖੋ ਜਿਹੜੀ ਜਥੇਬੰਦਕ ਅਰਦਾਸ ਆ, ਜਦੋਂ ਅਸੀਂ ਦੀਵਾਨ ਦੇ ਵਿੱਚ ਕਰਦੇ ਹਾਂ, ਗੁਰਦੁਆਰਾ ਸਾਹਿਬਾਨ ਦੇ ਵਿੱਚ ਕਰਦੇ ਹਾਂ, ਉਦੋਂ ਦੇਖੋ ਅਰਦਾਸ ਦੇ ਦੋ ਰੂਪ ਆ। ਇੱਕ ਜਿਹੜੀ ਨਿੱਜੀ ਅਰਦਾਸ ਆ, ਵਿਅਕਤੀਗਤ ਅਰਦਾਸ ਆ। ਦੂਜੀ ਜਿਹੜੀ ਜਥੇਬੰਦਕ ਅਰਦਾਸ ਆ। ਜਥੇਬੰਦਕ ਅਰਦਾਸ ਦਾ ਬਕਾਇਦਾ ਸਾਡੇ 'ਚ ਇੱਕ ਰੂਪ ਆ, ਉਹਦਾ ਫਾਹ ਬਣਿਆ ਵੀ ਅਸੀਂ ਆਹ ਸ਼ਬਦਾਵਲੀ ਜਿਹੜੀ ਅਸੀਂ ਵਰਤਦੇ ਹਾਂ। ਪਰ ਜਿਹੜੀ ਨਿੱਜੀ ਅਰਦਾਸ ਆ ਉਹਦਾ ਕੋਈ ਰੂਪ ਨਹੀਂ, ਕੋਈ ਵਿਸ਼ੇਸ਼ ਸ਼ਬਦ ਨਹੀਂ। ਜੇਕਰ ਪ੍ਰਵਾਦ ਜਿਹੜਾ ਉਹ ਸਤਨਾਮ ਵਾਹਿਗੁਰੂ ਕਹਿ ਕੇ ਪ੍ਰਵਾਹ ਕਰ ਰਿਹਾ ਤੇ ਉਹ ਵੀ ਅਰਦਾਸ ਆ। ਜੇਕਰ ਉਹ ਕੋਈ ਏਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਹ ਪਾਠ ਕਰਕੇ ਜਲ ਪ੍ਰਵਾਹ ਕਰ ਰਿਹਾ ਤਾਂ ਇਹ ਵੀ ਅਰਦਾਸ ਦਾ ਰੂਪ ਆ। ਇਸ ਲਈ ਪਰਿਵਾਰਾਂ ਨੂੰ ਇਸ ਵਿਚਾਰ ਵਿੱਚ ਨਹੀਂ ਪੈਣਾ ਚਾਹੀਦਾ ਕਿ ਸਾਨੂੰ ਤਾਂ ਅਰਦਾਸ ਕਰਨੀ ਨਹੀਂ ਆਉਂਦੀ ਜਾਂ ਇਹ ਅਰਦਾਸ ਕੀ ਹੀ ਅਰਦਾਸ ਆ। ਜੇ ਕੋਈ ਲਿਜਾ ਰਿਹਾ, ਕਈ ਵਾਰ ਹੁੰਦਾ ਵੀ ਕਿਸੇ ਦੀ ਜਾਣ ਪਛਾਣ ਹੁੰਦੀ ਆ, ਪਰਿਵਾਰਕ ਸਾਂਝ ਹੁੰਦੀ ਹੈ, ਕਈ ਵਾਰ ਉਹ ਗੱਲ ਵੱਖਰੀ ਆ। ਪਰ ਜੇ
ਇਹ ਜ਼ਰੂਰੀ ਨਹੀਂ ਕਿ ਉਸ ਤੋਂ ਬਿਨਾਂ ਜਿਹੜਾ ਗ੍ਰੰਥੀ ਸਿੰਘ ਤੋਂ ਬਿਨਾਂ, ਵਿਸ਼ੇਸ਼ ਅਰਦਾਸੀ ਤੋਂ ਬਿਨਾਂ ਜਲ ਪ੍ਰਵਾਹ ਨਹੀਂ ਕੀਤੀਆਂ ਜਾ ਸਕਦੀਆਂ, ਐਸਾ ਸਾਡਾ ਵਿਸ਼ਵਾਸ ਨਹੀਂ। ਗੁਰਬਾਣੀ ਦਾ ਤਾਂ ਖੈਰ ਹੈ ਹੀ ਨਹੀਂ, ਬਲਕਿ ਜਥੇਬੰਦਕ ਤੌਰ ਤੇ ਵੀ ਸਾਡੀ ਮਰਿਆਦਾ ਦਾ ਇਹ ਹਿੱਸਾ ਨਹੀਂ। ਇਸ ਲਈ ਸਾਨੂੰ ਜਿਹੜਾ ਇਸ ਤੇ ਨਿਰਭਰ ਹੋਣ ਦੀ ਲੋੜ ਨਹੀਂ। ਅਸੀਂ ਆਪ ਵੀ ਜਿਹੜਾ ਉਹ ਸਤਿਨਾਮ ਵਾਹਿਗੁਰੂ ਕਹਿ ਕੇ ਹੀ ਅਸੀਂ ਜਾਂ ਬਿਨਾਂ ਬੋਲਿਆ ਅਸੀਂ ਮੂੰਹ ਵਿੱਚ ਅਸੀਂ ਉਸ ਜਦੋਂ ਧਿਆਨ ਧਾਰਦੇ ਹਾਂ ਉਸ ਮਾਲਕ ਦਾ, ਤਾਂ ਉਹ ਵੀ ਅਰਦਾਸ ਦਾ ਹੀ ਰੂਪ ਆ, ਕਿਉਂਕਿ ਨਿੱਜੀ ਅਰਦਾਸ ਦਾ ਇਹਨਾਂ ਸ਼ਬਦਾਂ ਦੀ ਉਹ ਮੁਤਾਜ ਨਹੀਂ। ਤੋ ਇਸ ਲਈ ਜਿਹੜੀ ਆ ਸਾਨੂੰ ਜੋ ਗੁਰੂ ਸਾਹਿਬ ਨੇ ਸਾਨੂੰ ਸੁਤੰਤਰ ਕੀਤਾ ਸੀਗਾ, ਪਰ ਅੱਜ ਅਸੀਂ ਜਿਹੜਾ ਉਹ ਪਾਠ ਜਿਹੜਾ ਆਪ ਕਰਨ ਦੀ ਬਜਾਏ ਅਸੀਂ ਪਹਿਲਾਂ ਉਹ ਨਿਰਭਰ ਹੋ ਗਏ ਕਿ ਪਾਠ ਸਾਡੇ ਲਈ ਕੋਈ ਦੂਜਾ ਕਰੇ, ਫਿਰ ਅਰਦਾਸ ਵੀ ਜਿਹੜੀ ਆ ਉਹ ਅਸੀਂ ਆਪ ਕਰਨ ਦੀ ਬਜਾਏ ਕੋਈ ਦੂਜਾ ਸਾਡੀ ਲਈ ਅਰਦਾਸ ਕਰੇ। ਅਸੀਂ ਨਿਰਭਰ ਹੁੰਦੇ ਜਾ ਰਹੇ ਹਾਂ। ਜਿਵੇਂ ਜਿਵੇਂ ਸਾਡੇ ਕੋਲ ਪੈਸਾ ਆ ਰਿਹਾ, ਮਾਇਕ ਪੱਖੋਂ ਅਸੀਂ ਖੁਸ਼ਹਾਲ ਹੁੰਦੇ ਜਾ ਰਹੇ ਹਾਂ, ਉਨਾ ਹੀ ਅਸੀਂ ਆਤਮ ਪੱਖੋਂ ਇਹਨਾਂ ਪੱਖਾਂ ਤੋਂ ਕੰਗਾਲ ਹੁੰਦੇ ਜਾ ਰਹੇ ਹਾਂ। ਅਸੀਂ ਇਸ ਪਾਸੋਂ ਸਮਝਦੇ ਹਾਂ ਵੀ ਸ਼ਾਇਦ ਇਹ ਸਾਡਾ ਕੰਮ ਨਹੀਂ, ਇਹ ਕੰਮ ਵੀ ਇਹਨਾਂ ਲੋਕਾਂ ਦਾ ਕੰਮ ਆ, ਜਿਹੜੇ ਪ੍ਰੋਫੈਸ਼ਨਲ ਆ ਇਹ ਉਹਨਾਂ ਦੇ ਹੀ ਹਿੱਸੇ ਆ, ਉਹਨਾਂ ਨੇ ਹੀ ਕਰਨਾ। ਇਸ ਲਈ ਚਾਹੀਦਾ ਕਿ ਅਸੀਂ ਆਪ ਜਿਹੜਾ ਆਪਨ ਹੱਥੀਂ ਆਪਣਾ ਆਪ ਹੀ ਕਾਜ ਸਵਾਰੀਆ ਵਾਲੀ ਸੇਧ ਗੁਰਬਾਣੀ ਤੋਂ ਲੈ ਕੇ ਅਸੀਂ ਐਸਾ ਕਦਮ ਪੁੱਟਿਆ ਕਰੀਏ। ਪਰ ਜੇਕਰ ਕੋਈ ਲਿਜਾ ਰਿਹਾ ਤਾਂ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਉਹ ਮਨਮਤ ਕਰ ਰਿਹਾ ਜਾਂ ਕੋਈ ਗਲਤ ਕਰ ਰਿਹਾ। ਪਰ ਸਵਾਲ ਇੰਨਾ ਹੀ ਆ ਕਿ ਸਾਨੂੰ ਨਿਰਭਰ ਹੋਣ ਦੀ ਲੋੜ ਆ, ਕਿਸੇ ਵੀ ਸ਼੍ਰੇਣੀ ਤੇ ਮੁਤਾਜ ਹੋਣ ਦੀ, ਉਹਨਾਂ ਤੇ ਨਿਰਭਰ ਹੋਣ ਦੀ ਲੋੜ ਨਹੀਂ। ਠੀਕ ਹੈ ਜੀ। ਅਗਲਾ ਸਵਾਲ ਬੜਾ ਇੰਪੋਰਟੈਂਟ ਹੈ, ਸਾਡੇ ਇੱਕ ਬੜੇ ਪਿਆਰੇ ਮਿੱਤਰ ਹੈ, ਉਹਨਾਂ ਨੇ ਸਾਨੂੰ ਕੀਤਾ। ਉਹ ਕਹਿੰਦੇ ਕਿ ਸਾਡੇ ਇੱਕ ਬਜ਼ੁਰਗ ਸੀ, ਉਹਨਾਂ ਨੇ ਆਪ ਹਰ ਵੇਲੇ ਪਾਠ ਕਰਦੇ ਸੀ ਤੇ ਪਾਠ ਦਾ ਭੋਗ ਪਾ ਦਿੰਦੇ ਸੀ, ਪਰ ਜਦੋਂ ਪਾਠ ਉਹਨਾਂ ਨੇ ਸ਼ੁਰੂ ਕਰਨਾ, ਉਹਨਾਂ ਨੇ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਕਰਨਾ, ਉਹ ਗੁਜ਼ਰ ਗਏ ਤੇ ਜਿੰਨਾ ਉਹਨਾਂ ਦਾ ਬਾਕੀ ਦਾ ਰਹਿੰਦਾ ਸੀ ਜਾਂ ਥੋੜਾ ਜਿਹਾ ਰਹਿੰਦਾ ਸੀ ਉਹੀ ਕਰਕੇ ਤੇ ਉਹਨਾਂ ਦੇ ਇੱਕ ਤਰ੍ਹਾਂ ਦੀ ਡੈਥ ਦੇ ਉੱਤੇ ਅਰਦਾਸ ਹੋ ਗਈ। ਸੋ ਕੀ ਉਹ ਜਿਹੜਾ ਪਾਠ ਉਹਨਾਂ ਨੇ ਖੁਦ ਕੀਤਾ, ਖੁਦ ਰੱਖਿਆ ਹੋਇਆ ਸੀ, ਉਹਨੂੰ ਪਾਠ ਦਾ ਭੋਗ ਪਾ ਕੇ ਦੁਸਹਿਰੇ ਵਾਲੇ ਦਿਨ ਉਹਨਾਂ ਨੇ ਕੀਤਾ, ਜਿਹੜੇ ਸੈਲਫ ਸਾਡੇ ਬਜ਼ੁਰਗ ਕਈ ਰੱਖਦੇ ਵੀ ਆ, ਰੂਟੀਨ ਹੈਗਾ ਕਈ ਘਰਾਂ ਵਿੱਚ ਹੁੰਦਾ, ਇਹਦੇ ਬਾਰੇ ਕੋਈ ਵਹਿਮ ਭਰਮ ਸਾਨੂੰ ਕਰਨਾ ਚਾਹੀਦਾ ਕਿ ਅਸੀਂ ਸ਼ੁਰੂ ਕਿੱਦਾਂ ਕੀਤਾ ਸੀ ਔਰ ਜਿਹੜਾ ਅੰਤ ਵਿੱਚ ਉਹਦਾ ਭੋਗ ਹੈ ਉਹ ਅਸੀਂ ਕਿਸ ਤਰੀਕੇ ਨਾਲ ਪਾਇਆ? ਇਹ ਕੁਐਸਚਨ ਦੇਖੋ, ਪਹਿਲੀ ਗੱਲ ਸਮਝਣ ਵਾਲੀ ਇਹ ਆ ਕਿ ਅਸੀਂ ਤਾਂ ਗੁਰਬਾਣੀ ਦਾ ਜਿਹੜਾ ਪਾਠ ਕਰਦੇ ਹਾਂ, ਜੋ ਸਹਿਜ ਪਾਠ ਉਦਾਹਰਨ ਦੇ ਤੌਰ ਤੇ ਸਹਿਜ ਪਾਠ ਆਰੰਭ ਕਰਦੇ ਹਾਂ ਕਿ ਪਰਿਵਾਰ ਦੀ ਸੁੱਖ ਸ਼ਾਂਤੀ ਲਈ। ਤੋ ਗੁਰਬਾਣੀ ਦਾ ਹਰ ਸ਼ਬਦ ਇਹ ਕਹਿੰਦਾ ਕਿ ਸੁੱਖ ਸ਼ਾਂਤੀ ਜਿਹੜੀ ਆ ਉਹ ਗੁਰਬਾਣੀ ਨੂੰ ਸਮਝ ਕੇ ਜੋ ਉਹਦੀ ਜੀਵਨ ਯੁੱਗ ਦੱਸਿਆ, ਰਾਹ ਦੱਸਿਆ, ਉਹਨੂੰ ਅਪਣਾਉਣ ਨਾਲ ਮਿਲੂਗੀ, ਨਾ ਕਿ ਮੇਰੇ ਪਾਠ ਕਰਨ ਨਾਲ, ਉਹਦਾ ਭੋਗ ਪਾਉਣ ਨਾਲ ਪਰਿਵਾਰ ਨੂੰ ਸ਼ਾਂਤੀ ਮਿਲ ਜਾਊਗੀ। ਤੋ ਪਹਿਲੀ ਗੱਲ ਸਾਨੂੰ ਇਹ ਸਮਝਣ ਦੀ ਲੋੜ ਆ ਕਿ ਪਾਠ ਕਰੀਦਾ ਕਾਹਦੇ ਲਈ ਆ, ਪਾਠ ਕਰਨ ਦਾ ਮਕਸਦ ਕੀ ਆ, ਮਨੋਰਥ ਕੀ ਆ। ਤੋ ਜਿਹੜਾ ਕੋਈ ਪ੍ਰਾਰੰਭ ਕਰ ਰਿਹਾ ਇਸ ਖਿਆਲ ਨਾਲ ਕਿ ਸੁੱਖ ਸ਼ਾਂਤੀ ਮਿਲੇ, ਤੋ ਮਨੋਰਥ ਤਾਂ ਇਹੀ ਆ, ਭਾਵੇਂ ਉਹ ਜੋ ਵੀ ਸੋਚਦਾ ਸਮਝਦਾ ਉਹ ਗੱਲ ਵੱਖਰੀ ਆ, ਪਰ ਜੋ ਮਕਸਦ ਆ ਸਾਡਾ ਕਿ ਅਸੀਂ ਗੁਰੂ ਦੀ ਸੰਗਤ ਕਰੀਏ, ਗੁਰਬਾਣੀ ਪੜ੍ਹੀਏ, ਗੁਰਬਾਣੀ ਸਮਝੀਏ, ਗੁਰਬਾਣੀ ਨੂੰ ਸਮਝ ਕੇ ਪੜ੍ਹ ਕੇ ਗੁਰੂ ਦੀ ਸੰਗਤ ਕਰਕੇ ਗੁਰੂ ਦੀ ਗੋਦ ਵੀ ਬੈਠ ਕੇ ਸਾਨੂੰ ਇਹ ਸਮਝ ਆਊਗੀ ਕਿ ਸ਼ਾਂਤੀ ਕਿਵੇਂ ਆਉਂਦੀ ਆ, ਸ਼ਾਂਤੀ ਕਿਵੇਂ ਮਿਲਦੀ ਆ। ਦੂਜੀ ਗੱਲ ਇਹ ਆ ਕਿ ਜਿਹੜਾ ਪਾਠ ਆ, ਆਪਾਂ ਅੱਗੇ ਵੀ ਗੱਲ ਕਰ ਚੁੱਕੇ ਹੋਏ ਹਾਂ ਕਿ ਪਾਠ ਜਿਹੜਾ ਹੈਗਾ ਉਹ ਸਾਡੇ ਵਿੱਚ ਇਹ ਵਿਸ਼ਵਾਸ ਨਹੀਂ, ਭਾਵੇਂ ਸਾਡੇ ਵਿੱਚ ਜ਼ਿਆਦਾਤਰ ਇਹ ਅਸੀਂ ਮੰਨ ਕੇ ਤੁਰਦੇ ਹਾਂ ਕਿ ਇਹ ਜਿਹੜਾ ਪਾਠ ਆ, ਇਸ ਪਾਠ ਦਾ ਸੰਬੰਧ ਉਸ ਵਿਚਲੀ ਰੂਹ ਨਾਲ ਆ। ਅਸੀਂ ਉਹਦੀ ਗਤੀ ਲਈ, ਉਹਦੀ ਕਲਿਆਣ ਲਈ ਅਸੀਂ ਆਮ ਤੌਰ ਤੇ ਅਰਦਾਸ ਵੀ ਇਸ ਤਰ੍ਹਾਂ ਕਰਦੇ ਹਾਂ। ਸਾਡੀ ਜਿਹੜੀ ਭਾਵਨਾ ਵੀ ਇਹੀ ਹੁੰਦੀ ਆ ਕਿ ਉਹਦੀ ਕਲਿਆਣ ਲਈ ਅਸੀਂ ਪਾਠ ਕਰਵਾ ਰਹੇ ਹਾਂ। ਤੋ ਗੁਰਬਾਣੀ ਤਾਂ ਇਸ ਚੀਜ਼ ਨੂੰ ਮੁੱਢੋਂ ਰੱਦ ਕਰਦੀ ਆ। ਇਸ ਲਈ ਆਪਾਂ ਪਹਿਲੇ ਐਪੀਸੋਡਾਂ ਵਿੱਚ ਗੱਲ ਕਰ ਚੁੱਕੇ ਹੋਏ ਹਾਂ ਕਿ ਜਿਹੜਾ ਪਾਠ ਆ ਇਹ ਤਾਂ ਆਪਣੇ ਲਈ ਕਰੀਦਾ, ਜਿਹੜੇ ਪਿੱਛੇ ਅਸੀਂ ਰਹਿ ਰਹੇ ਹਾਂ, ਪਰਿਵਾਰ ਰਹਿ ਰਹੇ ਆ, ਅਸੀਂ ਗੁਰੂ ਕੋਲ ਗੁਰੂ ਦੀ ਸੰਗਤ ਇਸ ਲਈ ਕਰਨੀ ਆ, ਗੁਰਬਾਣੀ ਪੜ੍ਹਨੀ, ਵਿਚਾਰਨੀ ਆ, ਤਾਂ ਕਿ ਅਸੀਂ ਸਾਡਾ ਜਿਹੜਾ ਪਿਆਰਾ ਹਿੱਤੂ ਸਨੇਹ ਜਿਹੜਾ ਚਲਾ ਗਿਆ ਤਾਂ ਸੁਭਾਵਿਕ ਆ, ਜਿਹੜਾ ਸਾਡਾ ਪਰਿਵਾਰ ਦਾ ਇੱਕ ਬੜਾ ਜ਼ਰੂਰੀ ਅੰਗ ਸੀ, ਹਿੱਸਾ ਸੀ, ਉਹ ਸਾਤੋਂ ਵਿਛੜ ਗਿਆ ਸਰੀਰਕ ਰੂਪ ਵਿੱਚ, ਤਾਂ ਅਸੀਂ ਸਧਾਰਨ ਹਿਊਮਨ ਬੀਇੰਗ ਆ, ਸਾਡਾ ਡਾਵਾਂ ਡੋਲ ਜਿਹੜਾ ਸੁਭਾਵਿਕ ਆ। ਤਾਂ ਅਸੀਂ ਉਸ ਸਮੇਂ ਗੁਰੂ ਕੋਲੋਂ ਆਸਰਾ ਭਾਲਦੇ ਹਾਂ, ਲੈਂਦੇ ਹਾਂ, ਬਾਣੀ ਪੜ੍ਹ ਕੇ ਗੁਰੂ ਕੋਲ ਬੈਠ ਕੇ, ਤਾਂ ਕਿ ਸਮਝੀਏ ਕਿ ਜੋ ਸਾਨੂੰ ਗੁਰੂ ਨੇ ਸਮਝਾਇਆ ਕਿ ਭਾਈ
एक अटल सच्चाई आ कि ਜਿਹੜਾ ਇਨਸਾਨ ਆਇਆ ਉਹਨੇ ਇੱਕ ਦਿਨ ਚਲੇ ਜਾਣਾ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਉਹ ਸਾਰਿਆਂ ਨੇ ਜਾਣਾ। ਹਾਂਜੀ ਤਾਂ ਕਿ ਅਸੀਂ ਗੁਰਬਾਣੀ ਵਿੱਚੋਂ ਪ੍ਰਭੂ ਦੀ ਰਜ਼ਾ ਨੂੰ, ਅਕਾਲ ਪੁਰਖ ਦੇ ਭਾਣੇ ਨੂੰ ਸਮਝ ਕੇ ਉਸ ਭਾਣੇ ਨੂੰ ਮਿੱਠਾ ਕਰਕੇ ਮੰਨ ਸਕੀਏ। ਮੇਰੇ ਕਹਿਣ ਨਾਲ, ਮੇਰੇ ਅਰਦਾਸ ਕਰਨ ਨਾਲ ਕਿ ਪਰਿਵਾਰ ਨੂੰ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਣਾ, ਭਾਣਾ ਮੰਨਣ ਦਾ ਬਲ ਨਹੀਂ ਆਊਗਾ। ਬਲ ਇਹ ਉਦੋਂ ਮਿਲੂਗਾ ਜਦੋਂ ਅਸੀਂ ਬਾਣੀ ਨੂੰ ਖੁਦ ਪੜ੍ਹ ਕੇ ਜਾਂ ਸੁਣ ਕੇ ਵਿਚਾਰ ਕੇ ਬਾਣੀ ਵਿੱਚ ਜੋ ਆਖਿਆ ਹੋਇਆ ਉਹਨੂੰ ਆਪਾਂ ਅਮਲੀ ਰੂਪ ਵਿੱਚ ਅਪਣਾਵਾਂਗੇ, ਉਹਨੂੰ ਸਮਝਾਂਗੇ, ਉਹਨੂੰ ਸਮਝ ਕੇ ਫਾਲੋ ਕਰਾਂਗੇ ਤਾਂ ਯਕੀਨਨ ਨਿਰਸੰਦੇਹ ਸਾਨੂੰ ਬਲ ਮਿਲੂਗਾ। ਅਸੀਂ ਉਸ ਰੱਬ ਦੀ ਰਜ਼ਾ ਨੂੰ ਸਮਝਾਂਗੇ, ਸਮਝ ਕੇ ਉਹਨੂੰ ਮਿੱਠਾ ਕਰਕੇ ਮੰਨ ਸਕਦੇ ਹਾਂ, ਉਹਦੇ ਸਿਰ ਝੁਕਾ ਸਕਦੇ ਹਾਂ। ਤਾਂ ਮਕਸਦ ਤਾਂ ਇਹ ਆ। ਠੀਕ ਹੈ। ਇਸ ਲਈ ਇਹਦੇ 'ਚ ਕੋਈ ਵਹਿਮ ਦੀ ਲੋੜ ਨਹੀਂ ਕਿ ਉਹ ਬਜ਼ੁਰਗ ਨੇ ਕੀਤਾ, ਪਾਠ ਪੂਰਾ ਕਰਨ ਤੋਂ ਪਹਿਲਾਂ ਚਲੇ ਗਏ ਜਾਂ ਜਦੋਂ ਰੱਖਿਆ ਸੀਗਾ, ਪ੍ਰਾਰੰਭ ਕੀਤਾ ਸੀਗਾ, ਉਦੋਂ ਤਾਂ ਅਰਦਾਸ ਆ ਕੀਤੀ ਸੀਗੀ, ਪਰ ਹੁਣ ਜਿਹੜੀ ਅਰਦਾਸ ਆ ਅਸੀਂ ਉਹਦੇ ਲਈ ਕਰ ਰਹੇ ਹਾਂ। ਤਾਂ ਪਹਿਲੀ ਗੱਲ ਆ ਕਿ ਆਪਾਂ ਜੇ ਅਸੀਂ ਮਕਸਦ ਸਮਝਾਂਗੇ ਤਾਂ ਫਿਰ ਇਹੋ ਜਿਹੇ ਸਵਾਲ ਜਿਹੜੇ ਆ ਉਹਨਾਂ ਦੇ ਉੱਠਣ ਦੀ, ਪੈਦਾ ਹੋਣ ਦੀ ਸੰਭਾਵਨਾ ਹੀ ਨਹੀਂ ਰਹਿੰਦੀ। ਠੀਕ। ਤਾਂ ਸਾਨੂੰ ਬਾਣੀ ਦਾ ਅਸਲ ਜਿਹੜਾ ਮਕਸਦ ਆ ਪਾਠ ਦਾ, ਉਹਨੂੰ ਸਮਝਣ ਦੀ ਲੋੜ ਆ। ਜਦੋਂ ਉਹ ਸਾਡੀ ਸਮਝ ਵਿੱਚ ਆ ਗਿਆ, ਪਕੜ ਵਿੱਚ ਆ ਗਿਆ, ਤਾਂ ਫਿਰ ਇਹਨਾਂ ਗੱਲਾਂ ਦੀ ਜਿਹੜੀ ਕੋਈ ਅਹਿਮੀਅਤ ਨਹੀਂ ਰਹੂਗੀ। ਫਿਰ ਕੋਈ ਇਸ ਨਾਲ ਜੁੜਿਆ ਵਹਿਮ ਭਰਮ ਜਿਹੜਾ ਉਹ ਸਾਨੂੰ ਸਤਾਊਗਾ ਨਹੀਂ, ਤੰਗ ਨਹੀਂ ਕਰੂਗਾ ਜੀ। ਠੀਕ ਹੈ। ਇਹਦੇ ਨਾਲ ਹੀ ਜੁੜਦਾ ਹੋਇਆ ਅਗਲਾ ਇੱਕ ਹੋਰ ਵਹਿਮ ਹੈ ਜਿਹੜਾ ਫੀਲ ਕੀਤਾ ਜੀ ਕਿ ਕੁਝ ਪਰਿਵਾਰ ਜਾਂ ਕੁਝ ਸੱਜਣ ਇਹ ਕਹਿ ਦਿੰਦੇ, ਮੇਰੇ ਪਿੱਛੋਂ ਆਪਣੇ ਕਹਿ ਦਿੰਦੇ ਆ ਬੱਚਿਆਂ ਨੂੰ ਜਾਂ ਕਿਸੇ ਨੂੰ, ਮੇਰੇ ਪਿੱਛੋਂ ਜੇ ਮੇਰੀ ਡੈਥ ਹੋ ਜਾਏ ਤਾਂ ਮੇਰੇ ਪਿੱਛੋਂ ਕੁਝ ਨਾ ਕਰਿਆ ਜੇ, ਕੋਈ ਪਾਠ ਵੀ ਰੱਖਣ ਦੀ ਲੋੜ ਨਹੀਂ, ਕੁਝ ਵੀ ਨਹੀਂ ਕਰਨ ਦੀ ਲੋੜ। ਤੇ ਉਹ ਉਹਨਾਂ ਦੀ ਅਲਟੀਮੇਟਲੀ ਪਰਿਵਾਰ ਫੀਲ ਕਰਦਾ ਕਿ ਉਹਦੀ ਗਤੀ ਹੋਏਗੀ ਕਿ ਨਹੀਂ ਹੋਏਗੀ, ਕਿ ਕੀ ਹੋਏਗਾ ਉਹਦਾ, ਕਿਉਂਕਿ ਉਹ ਤਾਂ ਕਹਿ ਕੇ ਗਏ ਆ ਕਿ ਮੇਰਾ ਕੁਝ ਨਹੀਂ ਕਰਨਾ ਪਿੱਛੋਂ। ਸੋ ਇਹਦੇ ਬਾਰੇ ਉਹ ਕਹਿੰਦੇ ਵੀ ਕੀ ਗੁਰਬਾਣੀ 'ਚ ਕੋਈ ਇੱਦਾਂ ਦਾ ਕੋਈ ਚੀਜ਼ ਹੈ ਕਿ ਜਿਹਦੇ ਜੇ ਪਾਠ ਨਾ ਕੀਤਾ ਜਾਏ ਤਾਂ ਫਿਰ ਕੀ ਹੋਏਗਾ, ਜੇ ਕੀਤਾ ਜਾਏ ਤਾਂ ਫਿਰ ਕੀ ਹੋਏਗਾ? ਇੱਦਾਂ ਦਾ ਕੋਈ, ਤੁਸੀਂ ਵੈਸੇ ਤਾਂ ਬੜੇ ਵਧੀਆ ਤਰੀਕੇ ਨਾਲ ਦੱਸਿਆ ਕਿ ਪਾਠ ਤਾਂ ਅਸੀਂ ਆਪਣੇ ਲਈ ਕਰਦੇ ਹਾਂ, ਬਟ ਫਿਰ ਵੀ ਇਹਦੇ ਬਾਰੇ ਉਹਨਾਂ ਨੇ ਪੁੱਛਿਆ। ਹਾਂ ਜੀ, ਦੇਖੋ ਇਹ 'ਚ ਮੈਨੂੰ ਵੀ ਇੱਕ ਜਾਣਦੇ ਆ, ਉਹ ਵੀ ਇਸ ਤਰ੍ਹਾਂ ਇੱਕ ਕਹਿਣ ਲੱਗੇ ਕਿ ਮੈਂ ਪਰਿਵਾਰ ਨੂੰ ਕਹਿ ਦਿੱਤਾ ਕਿ ਤੁਸੀਂ ਕੁਛ ਨਹੀਂ ਕਰਨਾ। ਠੀਕ ਹੈ। ਮੈਂ ਜੋ ਕਰ ਰਿਹਾ ਮੈਂ ਆਪਣਾ ਆਪ ਪਾਠ ਜਿਹੜਾ ਉਹ ਕਰਕੇ ਜਾਣਾ, ਮੈਂ ਆਪ ਕਰ ਦਿੱਤਾ ਆ ਜੋ ਕੁਛ ਮੇਰੇ ਪਿੱਛੇ ਆਮ ਮਰਨ ਮਗਰੋਂ ਕਰਦੇ ਆ ਪਰਿਵਾਰ, ਤਾਂ ਮੈਂ ਆਪਣੇ ਜਿਉਂਦੇ ਜੀ ਉਹ ਸਭ ਕੁਝ ਕਰ ਲਿਆ। ਠੀਕ। ਇਸ ਲਈ ਮੈਂ ਪਰਿਵਾਰ ਨੂੰ ਬੜੀ ਸਖਤ ਹਦਾਇਤ ਕੀਤੀ ਆ ਕਿ ਤੁਸੀਂ ਮੇਰੇ ਪਿੱਛੋਂ ਕੁਛ ਨਹੀਂ ਕਰਨਾ। ਦੇਖੋ ਜਿਹੜੀ ਇਹਦੇ 'ਚੋਂ ਜਿਹਦੇ ਦੋ ਪੱਖ ਜਿਹੜੇ ਖਾਸ ਤੌਰ 'ਤੇ ਜਿਹੜੇ ਆ ਉਹ ਵਿਚਾਰਨਯੋਗ ਆ। ਇੱਕ ਤਾਂ ਇਹ ਚੰਗੀ ਗੱਲ ਆ ਕਿ ਜਿਹੜਾ ਕੋਈ ਪਰਿਵਾਰ, ਕੋਈ ਸੱਜਣ ਆਪ ਬਾਣੀ ਪੜ੍ਹ ਰਿਹਾ ਔਰ ਜੋ ਕੁਛ ਆਮ ਤੌਰ 'ਤੇ ਪਿੱਛੋਂ ਕੀਤਾ ਜਾਂਦਾ ਉਹ ਆਪਣੇ ਹੱਥੀਂ ਕਰ ਰਿਹਾ। ਠੀਕ ਆ। ਇੱਕ ਚੰਗਾ ਪੱਖ ਆ। ਪਰ ਦੂਜੇ ਪਾਸੇ ਇਹ ਸੋਚ ਲੈਣਾ, ਵਿਚਾਰ ਲੈਣਾ ਕਿ ਕਿਉਂਕਿ ਮੈਂ ਆਪਣੇ ਹੱਥੀਂ ਆਪ ਪਾਠ ਕਰ ਲਿਆ, ਭੋਗ ਪਵਾ ਲਿਆ, ਲੰਗਰ ਜਿਹੜਾ ਉਹ ਲਵਾ ਲਿਆ, ਲੰਗਰ ਕਰਾ ਦਿੱਤਾ, ਪਰ ਜੇਕਰ ਉਹਦਾ ਜੀਵਨ ਨਹੀਂ ਬਦਲਿਆ, ਕਿਉਂਕਿ ਸਵਾਲ ਤਾਂ ਇਹ ਸੀ ਕਿ ਸਾਡਾ ਜੀਵਨ ਬਦਲਦਾ, ਹਾਂਜੀ, ਅਸੀਂ ਉਵੇਂ ਦੇ ਉਵੇਂ ਹੀ ਆ, ਸਾਡੇ ਜੀਵਨ ਢੰਗ ਵਿੱਚ, ਜਿਉਣ ਵਿੱਚ, ਸਾਡੇ ਕਰੈਕਟਰ ਵਿੱਚ, ਦ੍ਰਿਸ਼ਟੀਕੋਣ ਵਿੱਚ ਕੋਈ ਫਰਕ ਨਹੀਂ ਪਿਆ। ਅਸੀਂ ਠੀਕ ਆ ਕਿ ਉਹ ਪੱਖ ਕਰ ਲਿਆ ਸੀ, ਪਰ ਦੂਜੇ ਪਾਸੇ ਕੋਈ ਉਹਦੇ ਅਸੀਂ ਇਹ ਸਿੱਖਿਆ ਨਹੀਂ, ਸਾਡਾ ਮਨ ਇਹ ਮੰਨਿਆ ਨਹੀਂ ਕਿ ਅਸੀਂ ਇਸ ਸੰਸਾਰ ਤੋਂ ਦਿਨ ਚਲੇ ਜਾਣਾ। ਉਹ ਗੁਰੂ ਸਾਹਿਬ ਨੇ ਬਾਣੀ ਵਿੱਚ ਆਖਿਆ ਕਿ ਜਿੰਨੀ ਚੱਲਣ ਜਾਣਿਆ ਸੀ ਕਿਉਂ ਕਰੇ ਵਿਥਾਰ, ਚੱਲਣ ਸਾਰ ਨਾ ਜਾਣੇ ਕਾਜ ਸਵਾਰ ਨਾ ਹਾਰ। ਪਰ ਜੇਕਰ ਇਹ ਕੁਝ ਕਰਕੇ ਵੀ ਸਾਡੀ ਦੌੜ ਉਸੇ ਤਰ੍ਹਾਂ ਦੀ, ਸਾਡੀ ਪਕੜ, ਸਾਡੀ ਮਮਤਾ, ਮੋਹ, ਈਰਖਾ, ਦੁਵੈਸ਼ ਸਭ ਕੁਝ ਉਵੇਂ ਦਾ ਹੀ ਆ, ਤਾਂ ਅਸੀਂ ਭਰਮ ਭੁਲੇਖੇ ਵਿੱਚ ਹੀ ਜੀ ਰਹੇ ਹਾਂ ਕਿ ਜੀ ਮੈਂ ਤਾਂ ਆਪਣੇ ਜਿਉਂਦੇ ਜੀ ਸਭ ਕੁਝ ਕਰ ਲਿਆ। ਦੂਜੀ ਗੱਲ ਜਿਹੜੀ ਪਰਿਵਾਰ ਨੂੰ ਹਦਾਇਤ ਕਰ ਜਾਣਾ, ਇਹ ਕਹਿਣਾ ਕਿ ਤੁਸੀਂ ਮੇਰੇ ਪਿੱਛੇ ਕੁਝ ਨਹੀਂ ਕਰਨਾ, ਇਹ ਵੀ ਦਰਸਾ ਰਿਹਾ ਕਿ ਜੇ ਤਾਂ ਅਸੀਂ ਇਹ ਕਹਿ ਦਈਏ ਕਿ ਵੀ ਮੇਰੇ ਲਈ ਕੁਝ ਨਾ ਕਰਨਾ, ਵੀ ਮੈਂ ਜੋ ਕੁਝ ਸੀ ਮੈਂ ਕਰ ਦਿੱਤਾ, ਠੀਕ ਹੈ, ਤਾਂ ਤੁਸੀਂ ਮੇਰੇ ਲਈ ਕੁਝ ਨਾ ਕਰਨਾ, ਕਿਉਂਕਿ ਜੋ ਕੁਝ ਕਰ ਰਹੇ ਆ ਉਹ ਤਾਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਕੋਈ ਆਪਣੇ ਲਈ ਕਰਨਾ ਹੁੰਦਾ। ਅਸੀਂ ਪਰਿਵਾਰ ਦੀ ਜਿਹੜੀ ਆ, ਹਰ ਪਰਿਵਾਰ ਦੇ ਮੈਂਬਰ ਦੀ ਉਹ ਅਵਸਥਾ ਨਹੀਂ ਹੁੰਦੀ
ਤੇ ਜੇਕਰ ਪਰਿਵਾਰ ਜਿਹੜਾ ਉਹ ਪਿੱਛੋਂ ਗੁਰੂ ਦਾ ਆਸਰਾ ਪਾ ਰਿਹਾ, ਗੁਰੂ ਦੀ ਸ਼ਰਨ ਵਿੱਚ ਆ ਰਿਹਾ, ਗੁਰਬਾਣੀ ਪੜ੍ਹ ਰਿਹਾ ਜਾਂ ਕੀਰਤਨ ਕਰਵਾ ਰਿਹਾ, ਤਾਂ ਉਹਨੂੰ, ਕਿਉਂਕਿ ਗੁਰੂ ਕੋਲੋਂ ਸਾਨੂੰ ਅਸਲ ਸਹਾਇਤਾ ਮਿਲਣੀ ਆ, ਆਤਮਿਕ ਬਲ ਮਿਲਣਾ, ਰੱਬ ਦੀ ਰਜ਼ਾ ਨੂੰ ਸਮਝਣ ਦੀ ਜੁਗਤੀ ਸਮਝ ਵਿੱਚ ਆਉਣੀ ਆ, ਪਕੜ ਵਿੱਚ ਆਉਣੀ ਆ, ਤਾਂ ਸਾਡਾ ਇਹ ਹੱਕ ਨਹੀਂ, ਸਾਨੂੰ ਕੋਈ ਅਧਿਕਾਰ ਨਹੀਂ ਕਿ ਅਸੀਂ ਉਹਨਾਂ ਦੀ ਜਿਹੜੀ ਆ ਉਹਨਾਂ ਉਤੇ ਇੰਨਾ ਗਲਬਾ ਪਾ ਜਾਈਏ, ਮਾਨਸਿਕ ਤੌਰ ਤੇ ਉਹਨਾਂ ਨੂੰ ਇਸ ਦੁਵਿਧਾ ਦੇ ਸ਼ਿਕਾਰ ਬਣਾ ਦਈਏ ਕਿ ਤੁਸੀਂ ਨਹੀਂ ਕਰਨਾ। ਅਸੀਂ ਹਾਂ ਇਹ ਕਹਿ ਸਕਦੇ ਹਾਂ, ਬਿਲਕੁਲ ਜਾਇਜ਼ ਆ ਕਿ ਮੇਰੇ ਲਈ ਕੁਝ ਨਾ ਕਰਨਾ, ਪਰ ਉਹ ਜੇ ਕਰ ਰਹੇ ਆ, ਕਿਉਂਕਿ ਅਸੀਂ ਉਹਨਾਂ ਤੋਂ ਵਿਛੜੇ ਆ, ਸਾਡੇ ਪਰਿਵਾਰਕ ਮੈਂਬਰ ਸੀ ਅਸੀਂ ਉਹਨਾਂ ਦੇ, ਤਾਂ ਜੇਕਰ ਉਹ ਆਪਣੀ ਸ਼ਾਂਤੀ ਲਈ, ਆਪਣੀ ਕਲਿਆਣ ਲਈ, ਆਪਣੀ ਸਮਝ ਲਈ, ਰੱਬ ਦੀ ਰਜ਼ਾ ਨੂੰ ਸਮਝਣ ਲਈ, ਸਹਾਰਾ ਪਾਲਣ ਲਈ ਉਹ ਜੇਕਰ ਕਰ ਰਿਹਾ, ਤਾਂ ਸਾਨੂੰ ਇਹ ਹੱਕ ਨਹੀਂ ਕਿ ਅਸੀਂ ਉਹਨਾਂ ਉੱਤੇ ਬੰਦਸ਼ ਲਾ ਜਾਈਏ, ਉਹਨਾਂ ਨੂੰ ਅਸੀਂ ਚੁਰਾਹੇ ਤੇ ਖੜਾ ਕਰ ਜਾਈਏ ਕਿ ਉਹ ਕਰਨ ਵੀ, ਤਾਂ ਉਹਨਾਂ ਦਾ ਦੁਬਦਾ ਬਣੇ ਰਹੇ। ਨਹੀਂ, ਸਾਡੇ ਬਜ਼ੁਰਗ ਨੇ ਤਾਂ ਇੰਝ ਆਖਿਆ ਸੀਗਾ, ਅਸੀਂ ਕਰ ਰਹੇ ਹਾਂ। ਇਸ ਲਈ ਜੇ ਸਾਨੂੰ ਇਹ ਸਮਝ ਲੱਗ ਜਾਏ ਕਿ ਕਰਨਾ ਤਾਂ ਉਹਨਾਂ ਨੇ ਆਪਣੇ ਲਈ ਆ, ਮੇਰੇ ਲਈ ਉਹ ਮੈਂ ਕਹਿ ਵੀ ਜਾਵਾਂ ਤਾਂ ਉਹਨਾਂ ਦਾ ਕੀਤਾ ਮੇਰੇ ਕੰਮ ਨਹੀਂ ਹੋਣਾ, ਤਾਂ ਫਿਰ ਸਾਡਾ ਇਹ ਕਹਿਣ ਦਾ ਕੋਈ ਅਰਥ ਨਹੀਂ ਰਹਿੰਦਾ। ਇਸ ਲਈ ਇਹ ਪੱਖ ਵੀ ਜਿਹੜੇ ਆ ਵਿਚਾਰਨ ਦੀ ਲੋੜ ਆ। ਹਾਂ, ਕਈ ਸੱਜਣ ਦੀ ਹੁੰਦੇ ਆ ਉਹ ਕਿਉਂਕਿ ਧਰਮ ਕਰਮ ਵੀ ਵਿਸ਼ਵਾਸ ਨਹੀਂ ਕਰਦੇ, ਉਹ ਇੱਕ ਵੱਖਰਾ ਪਹਿਲੂ ਆ, ਉਹ ਕਹਿ ਦਿੰਦੇ ਆ ਕਿ ਮੇਰੇ ਲਈ ਤੁਸੀਂ ਕੋਈ ਜਿਹੜਾ ਧਰਮ ਕਰਮ ਨਾ ਕਰਨਾ, ਪਰ ਫਿਰ ਗੱਲ ਉਹ ਆ ਜਾਂਦੀ ਆ ਕਿ ਜਿਨ੍ਹਾਂ ਨੇ ਕਰਨਾ, ਅਸੀਂ ਉਹਨਾਂ ਲਈ ਜਿਹੜਾ ਉਹ ਇਸ ਤਰ੍ਹਾਂ ਦੀ ਦੁਬਿਧਾ ਨਾ ਖੜੀ ਕਰ ਜਾਈਏ ਕਿ ਉਹ ਕਰਨ ਵੀ, ਪਰ ਕਰਦੇ ਹੋਏ ਵੀ ਉਹਨਾਂ ਅੰਦਰ ਇੱਕ ਦੁਬਿਧਾ ਬਣੀ ਰਹੇ। ਜੋ ਇਹ ਕਰਨਾ, ਇਹ ਮਨੁੱਖ ਨੇ ਆਪਣੇ ਲਈ ਕਰਨਾ ਹੁੰਦਾ, ਆਪਣੀ ਸ਼ਾਂਤੀ ਲਈ ਕਰਨਾ ਹੁੰਦਾ, ਆਪਣੇ ਮਨ ਦੇ ਟਿਕਾਓ ਲਈ ਕਰਨਾ ਹੁੰਦਾ, ਤਰਵਾਸ ਲੈਣ ਲਈ ਕਰਨਾ ਹੁੰਦਾ। ਕੋਈ ਰਸਮਾਂ ਭਾਈਚਾਰਕ ਤੌਰ ਤੇ ਹੁੰਦੀਆਂ, ਜਿਹੜਾ ਸਮਾਜਿਕ ਤੌਰ ਤੇ ਉਹ ਨਿਭਾਉਂਦੇ ਆ, ਜੋ ਭਾਈਚਾਰਾ ਇਕੱਠਾ ਹੁੰਦਾ, ਤਾਂ ਇਹ ਵੱਖਰੇ ਪਹਿਲੂ ਜਿਹੜੇ ਕਿ ਸਾਨੂੰ ਇਹ ਸਭ ਕਾਸੇ ਨੂੰ ਧਿਆਨ ਵੀ ਰੱਖਣ ਦੀ ਲੋੜ ਆ। ਔਰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਜੋ ਕੁਝ ਕਰਨਾ ਉਹ ਮੇਰਾ ਕੀਤਾ ਹੀ ਮੇਰੇ ਕੰਮ ਆਉਣਾ, ਦੂਜੇ ਦਾ ਕੀਤਾ ਹੋਇਆ ਕੰਮ ਨਹੀਂ ਆਉਂਦਾ। ਦੂਜੇ ਜੋ ਕਰ ਰਹੇ ਆ ਤਾਂ ਉਹਨਾਂ ਦੇ ਕੰਮ ਆਊਗਾ, ਉਹਨਾਂ ਲਈ ਆ। ਮੈਂ ਬੰਦਸ਼ ਨਾ ਲਾਵਾਂ ਕਿ ਐਸੀ ਦੁਬਿਧਾ ਜੋ ਉਹਨਾਂ ਨੂੰ ਖੜੇ ਕਰ ਜਾਵਾਂ, ਪਾ ਜਾਵਾਂ ਕਿ ਉਹ ਨਾ ਅੱਗੇ ਸੋਚਣ ਜੋਗ ਰਹਿਣ, ਨਾ ਪਿੱਛੇ ਸੋਚਣ, ਦੁਬਿਧਾ ਦਾ ਸ਼ਿਕਾਰ ਹੋ ਜਾਣ। ਜੀ ਠੀਕ ਹੈ। ਨਹੀਂ ਭਾਈ ਸਾਹਿਬ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਹ ਸਾਰਾ ਸਮਝਾਇਆ। ਸੋ ਅੱਜ ਦਾ ਅਸੀਂ ਐਪੀਸੋਡ ਇੱਥੇ ਹੀ ਕਰਦੇ ਹਾਂ, ਤਾਂ ਕਿ ਅਗਲਾ ਜਿਹੜਾ ਅਸੀਂ ਕੰਟੀਨਿਊ ਫਿਰ ਕਰਾਂਗੇ। ਸੋ ਅੱਜ ਅਸੀਂ 3-4 ਕੁਐਸਚਨ ਜਿਹੜੇ ਸਾਡੇ ਕੋਲ ਆਏ ਸੀ ਉਹਨਾਂ ਬਾਰੇ ਅਸੀਂ ਗੱਲ ਕੀਤੀ। ਸੋ ਉਹਨਾਂ ਵਿੱਚ ਅਸਥੀਆਂ ਦਾ ਪਰਵਾਹ ਕਰਨਾ, ਗ੍ਰੰਥੀ ਨੂੰ ਨਾਲ ਲੈ ਕੇ ਜਾਣਾ, ਪਾਠ ਪਰਿਵਾਰ ਦਾ ਜਿਹੜਾ ਰੱਖਿਆ ਹੋਇਆ ਉਸ ਨੂੰ ਸੰਪੂਰਨ ਕਰਨਾ, ਤੇ ਨਾ ਕੁਝ ਕਰਨਾ, ਇਹਨਾਂ 4 ਕੁਐਸਚਨਾਂ ਬਾਰੇ ਗੱਲ ਕੀਤੀ ਆ। ਭਾਈ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਉਮੀਦ ਹੈ ਸਾਰਿਆਂ ਨੂੰ ਇਹ ਸਾਡੇ ਐਪੀਸੋਡ ਠੀਕ ਲੱਗੇ ਹੋਣਗੇ। ਨਹੀਂ ਆਉਣ ਤਾਂ ਕਮੈਂਟਸ ਜ਼ਰੂਰ ਦਿਆ ਕਰੋ, ਸਾਨੂੰ ਇਨਕਰੇਜਮੈਂਟ ਮਿਲਦੀ ਹੈ। ਅਸੀਂ ਤੁਹਾਡੇ ਕੋਲੋਂ ਜਦੋਂ ਸ਼ੇਅਰ ਕਰਦੇ ਹੋ, ਲਾਈਕ ਕਰਦੇ ਹੋ, ਉਹਦੇ ਨਾਲ ਸਾਨੂੰ ਇਹ ਪਤਾ ਲੱਗਦਾ ਕਿ ਅਸੀਂ ਹੁੰਗਾਰਾ ਮਿਲ ਰਿਹਾ। ਭਾਈ ਸਾਹਿਬ, ਤੁਹਾਡਾ ਤੇ ਸਾਰੇ ਦਰਸ਼ਕਾਂ ਦਾ ਬਹੁਤ ਥੈਂਕਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।